किताब झटका प्रकाश। लेखक ਗਿਆਨੀ ਨਰਿੰਜਨ ਸਿੰਘ ਸਰਲ। ਭਾਗ ਚੌਥਾ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਜੀਵ ਦਇਆ ਦਾ ਸਿਧਾਂਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਧੀਰ ਸਿੰਘ ਨੇ ਮਾਸ ਖਾਣ ਦੀ ਵਿਰੋਧਤਾ ਇਸ ਬਣਾ ਤੇ ਵੀ ਕੀਤੀ ਹੈ ਕਿ ਇਸ ਵਿੱਚ ਜੀ ਹੱਤਿਆ ਹੁੰਦੀ ਹੈ। ਗੁਰਬਾਣੀ ਦੀਆਂ ਕਈ ਤੁਕਾਂ ਜੀ ਦਇਆ ਪਰਥਾਏ ਅੰਕਿਤ ਕੀਤੀਆਂ ਹਨ, ਪਰ ਅਰਥ ਸਾਰੇ ਦੇ ਸਾਰੇ ਉਲਟ ਪੁਲਟ ਹੀ ਕੀਤੇ ਹਨ। ਇਸ ਦਾ ਨਿਰਣਾ ਤਾਂ ਅਸੀਂ ਗੁਰਬਾਣੀ ਵਾਲੇ ਕਾਂਡ ਵਿੱਚ ਹੀ ਕਰਾਂਗੇ, ਪਰ ਇੱਥੇ ਅਸੀਂ ਜਿਹੜਾ ਜੀਵ ਦਇਆ ਦਾ ਨਕਸ਼ਾ ਭਾਈ ਰਣਧੀਰ ਸਿੰਘ ਨੇ ਖਿੱਚਿਆ ਹੈ ਉਸੇ ਦਾ ਹੀ ਵਰਣਨ ਕੀਤਾ ਜਾਵੇਗਾ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਅਸੂਲ ਕਾਬਲੇ ਅਮਲ ਨਿਭਾਉਣ ਵਾਲਾ ਨਹੀਂ। ਇਸ ਵਿੱਚ ਤਾਂ ਚੀਟੀ ਤੇ ਕੂੰਚਰ ਅਸਥੂਲਾ ਤੱਕ ਨਿੱਕੇ ਵੱਡੇ ਸਾਰੇ ਜੀਵ ਆ ਜਾਂਦੇ ਹਨ। ਜੇ ਮਨੁੱਖ ਇਹਨਾਂ ਸਾਰਿਆਂ ਦਾ ਰਖਵਾਲਾ ਬਣਨਾ ਚਾਹੇ ਤਾਂ ਇਹ ਹੋ ਹੀ ਨਹੀਂ ਸਕਦਾ। ਮਨੁੱਖ 84 ਲੱਖ ਜੂਨ ਦਾ ਬਾਦਸ਼ਾਹ ਹੈ। ਮੁਸਲਮਾਨ ਇਸ ਨੂੰ ਅਸ਼ਰਫੁਲ ਮਖਲੂਕਾਤ ਕਹਿੰਦੇ ਹਨ। ਬਾਣੀ ਵਿੱਚ 84 ਲੱਖ ਜੂਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਹਾਰੀ ਆਦਿਕ ਸ਼ਬਦ ਕਥਨ ਕੀਤੇ ਗਏ ਹਨ। ਜਿਸ ਤਰ੍ਹਾਂ ਬਾਦਸ਼ਾਹ ਆਪਣੀ ਮਨੁੱਖੀ ਜਨਤਾ ਨੂੰ ਆਪਣੇ ਹੁਕਮ ਨਾਲ ਚਲਾਉਂਦਾ ਹੈ, ਇਸੇ ਤਰ੍ਹਾਂ ਇਹ 84 ਲੱਖ ਜੂਨ ਦੇ ਜੀਵਾਂ ਨੂੰ ਆਪਣੇ ਮਤਲਬ ਲਈ ਵਰਤਦਾ ਹੈ, ਕਿਉਂਕਿ ਇਹ ਸਾਰੀ ਜੀਵ ਰਚਨਾ ਅੰਡਜ, ਜੇਰਜ, ਸੇਤਜ ਤੇ ਉਤਪਜ ਆਦਿਕ ਖਾਣੀਆਂ ਦੇ ਜੀਵ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਕੁਦਰਤ ਨੇ ਪੈਦਾ ਕੀਤੀ ਹੈ। ਇਸ ਨੂੰ ਸੋਚਣਾ ਪੈਂਦਾ ਹੈ ਕਿ ਕਿਸ ਜੀਵ ਕੋਲੋਂ ਕਿਹੜਾ ਕੰਮ ਲੈਣਾ ਹੈ, ਕਿਸ ਨੂੰ ਵੱਢ ਕੇ ਖਾਣਾ ਹੈ, ਕਿਹਨੂੰ ਜੀਵਾਂ ਨੂੰ ਮਨੁੱਖੀ ਜੀਵਨ ਲਈ ਖਤਰਨਾਕ ਸਮਝ ਕੇ ਮਾਰਨਾ ਹੈ। ਜੇ ਇਨਸਾਨ ਇਸ ਅਸੂਲ ਤੇ ਨਾ ਚੱਲੇ ਤਾਂ ਜਿਉਂਦਾ ਨਹੀਂ ਰਹਿ ਸਕਦਾ। ਬਾਣੀ ਦੱਸਦੀ ਹੈ ਕਿ ਜਿਹੜੀ ਆਤਮਾ ਮਨੁੱਖ ਵਿੱਚ ਹੈ ਉਹ ਸਾਗ ਦੇ ਬੂਟੇ, ਕੱਦੂ ਦੀ ਵੱਲ ਅਤੇ ਦਰਖਤ ਵਿੱਚ ਵੀ ਆ ਸਕਦੀ ਹੈ। ਪੜੋ ਹੇਠ ਲਿਖਿਆ ਸ਼ਬਦ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ ਰਹਾਓ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਹ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਪੰਨਾ 176। ਇਹਨਾਂ ਤੁਕਾਂ ਤੋਂ ਤਾਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਮਨੁੱਖ ਦੀ ਆਤਮਾ ਖੇਤੀਬਾੜੀ ਤੇ ਸਾਗ ਪੱਤਰ ਵਿੱਚ ਵੀ ਆ ਸਕਦੀ ਹੈ। ਇਸੇ ਵਾਸਤੇ ਤਾਂ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ ਆਖਿਆ ਗਿਆ ਹੈ। ਇਸ ਥਿਉਰੀ ਨੂੰ ਅੱਜ ਕੱਲ੍ਹ ਦੇ ਸਾਇੰਸਦਾਨਾਂ ਨੇ ਵੀ ਸਿੱਧ ਕੀਤਾ ਹੈ। ਜਗਦੀਸ਼ ਚੰਦਰ ਬੋਸ ਨੇ ਬ੍ਰਿਕਸ਼ੋਂ ਮੇਂ ਆਤਮਾ ਸਿੱਧ ਕਰਕੇ ਵਿਖਾ ਦਿੱਤਾ ਹੈ। ਇਸ ਲਈ ਜਿਹੜਾ ਆਦਮੀ ਇਹ ਸਮਝਦਾ ਹੈ ਕਿ ਦਾਣੇ ਚੱਬਣ, ਸਰਸੋਂ ਦਾ ਸਾਗ ਤੇ ਕੱਦੂ, ਪਾਲਕ ਖਾਣ ਨਾਲ ਜੀਵ ਹੱਤਿਆ ਦੇ ਭਾਗੀ ਨਹੀਂ ਬਣੀਦਾ, ਉਹ ਕੀ ਭੁੱਲ ਹੈ। ਗਊ ਦੀ ਰੱਖਿਆ ਕਰਨੀ ਇਸ ਲਈ ਜ਼ਰੂਰੀ ਸਮਝੀ ਜਾਂਦੀ ਹੈ ਕਿ ਇਹ ਜਾਨਵਰ ਮਨੁੱਖੀ ਜੀਵਨ ਦਾ ਬੜਾ ਸਹਾਇਕ ਹੈ। ਇਹ ਦੁੱਧ ਦੇਣ ਵਾਲਾ ਜਾਨਵਰ ਹੈ। ਜੇ ਇਸ ਨੂੰ ਮਾਰ ਕੇ ਖਾ ਲਿਆ ਜਾਵੇ ਤਾਂ ਦੁੱਧ ਪੀਣ ਦੀ ਨਿਸਬਤ ਇਹ ਸੌਦਾ ਨੁਕਸਾਨ ਵਾਲਾ ਹੈ। ਉਂਝ ਦੁੱਧ ਪੀਣਾ ਵੀ ਤਾਂ ਉਸ ਦਾ ਮਾਸ ਹੀ ਖਾਣਾ ਹੈ, ਕਿਉਂਕਿ ਇਹ ਦੁੱਧ ਵੀ ਉਸ ਦੇ ਮਾਸ ਰਸ ਦੀ ਤਬਦੀਲੀ ਹੈ। ਪਰ ਦੁੱਧ ਦੀ ਪ੍ਰਾਪਤੀ ਲਈ ਅਸੀਂ ਇਸ ਤੇ ਜ਼ੋਰ ਕਰਦਾ ਵਤੀਰਾ ਹੀ ਅਖਤਿਆਰ ਕਰਦੇ ਹਾਂ। ਗਊ ਦੁੱਧ ਆਪਣੇ ਬੱਚੇ ਲਈ ਤਿਆਰ ਕਰਦੀ ਹੈ। ਗਊ ਬਾਸ਼ ਕੋ ਸੰਚੈ ਖੀਰ, ਗਲਾ ਬਾਂਧ ਦੋਇਲੇ ਅਹੀਰ। ਪੰਨਾ 1252। ਪਹਿਲਾਂ ਤਾਂ ਅਸੀਂ ਉਸ ਵਿਚਾਰੀ ਨੂੰ ਕਿੱਲੇ ਨਾਲ ਬੰਨ੍ਹ ਕੇ ਕੈਦ ਕਰਦੇ ਹਾਂ, ਫਿਰ ਉਸ ਦੇ ਹੇਠ ਵੱਛਾ ਛੱਡਦੇ ਹਾਂ। ਜਦ ਦੁੱਧ ਥਣਾ ਵਿੱਚ ਉਤਰ ਆਉਂਦਾ ਹੈ ਤਾਂ ਭੁੱਖੇ ਵੱਛੇ ਨੂੰ ਲਾਂਭੇ ਕਰਕੇ ਫਾਹੇ ਦੇ ਦਿੰਦੇ ਹਾਂ। ਜਦ ਅਸੀਂ ਥਣਾ ਨੂੰ ਹੱਥ ਲਾਉਂਦੇ ਹਾਂ ਤਾਂ ਉਹ ਸਾਨੂੰ ਛੜਾ ਮਾਰਦੀ ਹੈ। ਫਿਰ ਅਸੀਂ ਉਸ ਦੀਆਂ ਲੱਤਾਂ ਨੂੰ ਨਿਆਣਾ ਪਾਉਂਦੇ ਹਾਂ। ਜੇ ਫਿਰ ਵੀ ਟੱਪਣੋਂ ਨਾ ਹਟੇ ਤਾਂ ਨੱਕ ਪਾੜ ਕੇ ਨੱਥ ਵੀ ਪਾ ਦਿੰਦੇ ਹਾਂ। ਇਸ ਤਰ੍ਹਾਂ ਦੁੱਧ ਚੋਣ ਲੱਗੇ ਉਸ ਵਿਚਾਰੀ ਤੇ ਬੜਾ ਜ਼ੁਲਮ ਕੀਤਾ ਜਾਂਦਾ ਹੈ। ਵਿਸ਼ਾਰੂਆਂ ਨੂੰ 4-4 ਡੋਕੇ ਝੁੰਗਾ ਕੇ ਪਾਸੇ ਕਰ ਦਈਦਾ ਹੈ। ਸਾਡੇ ਅਹਿੰਸਾਵਾਦੀ ਭਰਾ ਕੁਕੜੀ ਦੇ ਬੱਚੇ ਅਤੇ ਬੱਕਰੀ ਦੇ ਮੇਮਣੇ ਪਰ ਤਾਂ ਬੜਾ ਤਰਸ ਕਰਦੇ ਹਨ, ਪਰ ਇਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜਦੋਂ ਕਿਸੇ ਵਸ਼ਰੂ ਕਟਰੂ ਨੂੰ ਥਣਾ ਨਾਲੋਂ ਤੋੜ ਕੇ ਵੱਖਰਾ ਵੱਧਾ ਜਾਂਦਾ ਹੈ, ਉਸ ਵੇਲੇ ਉਹ ਉਸੇ ਤਰ੍ਹਾਂ ਤੜਫਦਾ ਹੈ ਜਿਸ ਤਰ੍ਹਾਂ ਮਰੋੜਿਆ ਹੋਇਆ ਕੁੱਕੜ ਜਾਂ ਵੱਢਿਆ ਹੋਇਆ ਬੱਕਰਾ। ਪਰ ਉਸ ਦੀ ਹਾਲਤ ਉੱਤੇ ਕਦੇ ਕਿਸੇ ਨੂੰ ਦਇਆ ਨਹੀਂ ਆਈ। ਬੱਕਰੇ ਕੁੱਕੜ ਨੂੰ ਤਾਂ ਇੱਕੇ ਵਾਰ ਵੱਢ ਮਰੋੜ ਕੇ ਫੈਸਲਾ ਕਰ ਦਈਦਾ ਹੈ,
ਪਰ ਦੁੱਧ ਚੋਣ ਵੇਲੇ ਉਹਨਾਂ ਵਿਚਾਰਿਆਂ ਨੂੰ ਦੋਵੇਂ ਵੇਲੇ ਤੇ ਮਹੀਨਿਆਂ ਬੱਧੀ ਕੋਇਆ ਜਾਂਦਾ ਹੈ। ਜਦੋਂ ਉਹਨਾਂ ਦੇ ਬੱਚਿਆਂ ਨੂੰ ਹਲਾਂ, ਖੂਹਾਂ, ਖਰਾਸਾਂ ਤੇ ਗੱਡਿਆਂ ਅੱਗੇ ਜੋ ਦਿੰਦੇ ਹਾਂ, ਉਸ ਵੇਲੇ ਅਸੀਂ ਉਹਨਾਂ ਨੂੰ ਵਗਾਰੇ ਫੜਿਆ ਹੁੰਦਾ ਹੈ। ਜਰਾ ਕੋ ਢਿੱਲ ਮੱਠ ਕਰਨ ਤੇ ਠਾਹ ਸੋਟਾ ਮਾਰਦੇ ਹਾਂ। ਊਠਾਂ, ਘੋੜਿਆਂ, ਖੱਚਰਾਂ ਤੇ ਗਧਿਆਂ ਨਾਲ ਅਸੀਂ ਬੜੀ ਕਠੋਰਤਾ ਵਰਤਦੇ ਹਾਂ। ਉਹਨਾਂ ਉੱਤੇ ਉਹਨਾਂ ਦੀ ਮਰਜ਼ੀ ਦੇ ਵਿਰੁੱਧ ਮਣਾ ਮੂੰਹੀ ਭਾਰ ਲੱਦ ਦਿੰਦੇ ਹਾਂ। ਟਾਂਗਿਆਂ ਅੱਗੇ ਜੋ ਕੇ ਉਹਨਾਂ ਦਾ ਸਾਹ ਹੀ ਪੀ ਲੈਂਦੇ ਹਾਂ। ਆਪ ਗੁਰੂ ਜੀ ਦਾ ਸ਼ਿਕਾਰ ਖੇਡਣਾ ਮੰਨ ਕੇ ਕਹਿੰਦੇ ਹਨ ਕਿ ਉਹ ਦਰਿੰਦੇ ਮੂਜੀ ਜਾਨਵਰਾਂ ਨੂੰ ਹੀ ਮਾਰਦੇ ਸਨ। ਮੈਂ ਕਹਿੰਦਾ ਹਾਂ ਕਿ ਸਰਬ ਜੀ ਦਇਆ ਦਾ ਅਸੂਲ ਇੱਥੇ ਕਿਉਂ ਨਹੀਂ ਵਰਤਿਆ ਗਿਆ। ਕੀ ਰਿੱਛ, ਸ਼ੇਰ, ਬਘਿਆੜ, ਚਿੱਤਰੇ ਤੇ ਬਘੇਲੇ ਜੀਵ ਨਹੀਂ ਹਨ? ਜੇ ਉਹ ਕੁਦਰਤ ਵੱਲੋਂ ਮੁਕਰਰ ਹੋਈ ਆਪਣੀ ਭੁੰਚਣਯੋਗ ਖੁਰਾਕ ਮਾਸ ਖਾਣ ਲਈ ਜੰਗਲੀ ਜੀਵਾਂ ਦਾ ਸੰਘਾਰ ਕਰਦੇ ਹਨ, ਤਾਂ ਕਿਸੇ ਨੂੰ ਕੀ ਹੱਕ ਹੈ ਕਿ ਉਹਨਾਂ ਦੀ ਹੱਤਿਆ ਕਰੇ? ਉਹਨਾਂ ਨੇ ਤਾਂ ਹਰ ਹਾਲਤ ਵਿੱਚ ਮਾਸ ਹੀ ਖਾਣਾ ਹੈ ਤੇ ਮਨੁੱਖ ਦਾ ਮਾਸ ਵੀ ਉਹਨਾਂ ਦੀ ਖੁਰਾਕ ਵਿੱਚ ਸ਼ਾਮਲ ਹੈ। ਹੋਰ ਸੁਣੋ, ਜਦੋਂ ਅਸੀਂ ਆਪਣੀ ਖੇਤੀਬਾੜੀ ਕਰਦੇ ਹਾਂ, ਉਸ ਵੇਲੇ ਹਜ਼ਾਰਾਂ ਦੀ ਗਿਣਤੀ ਵਿੱਚ ਜਾਨਵਰ ਜੋ ਉਸ ਨੂੰ ਉਜਾੜਨ ਵਾਸਤੇ ਚੜ੍ਹਾਈ ਕਰ ਦਿੰਦੇ ਹਨ, ਅਸੀਂ ਉਸ ਵੇਲੇ ਆਪਣੇ ਹਥਿਆਰਾਂ ਨਾਲ ਉਹਨਾਂ ਦੇ ਸਾਹਮਣੇ ਆ ਜਾਂਦੇ ਹਾਂ। ਜੇ ਅਸੀਂ ਐਸਾ ਨਾ ਕਰੀਏ ਤਾਂ ਸਾਡੀ ਖੇਤੀ ਦਾ ਇੱਕ ਪੱਠਾ ਵੀ ਨਾ ਬਚ ਸਕੇ। ਉਸ ਵੇਲੇ ਭੁੱਖ ਨਾਲ ਮਰ ਜਾਣ ਤੋਂ ਬਿਨਾਂ ਸਾਡੇ ਲਈ ਕੋਈ ਰਸਤਾ ਨਾ ਰਹਿ ਜਾਏ। ਹੁਣ ਦੱਸੋ ਕਿ ਉਹਨਾਂ ਭੁੱਖੇ ਮਰਦੇ ਜੀਵਾਂ ਨੂੰ ਆਪਣੀ ਖੇਤੀ ਚੋਂ ਬਾਹਰ ਕੱਢਣ ਵੇਲੇ ਉਹਨਾਂ ਦੇ ਦਿਲ ਨੂੰ ਦੁੱਖ ਪਹੁੰਚਦਾ ਹੈ ਕਿ ਨਹੀਂ? ਜੇ ਅਸੀਂ ਦਰਿੰਦੇ ਜਾਨਵਰਾਂ ਨੂੰ ਮਾਰਦੇ ਹਾਂ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ। ਇੱਕ ਤਾਂ ਇਹ ਕਿ ਜਿਨ੍ਹਾਂ ਜਾਨਵਰਾਂ ਦਾ ਸ਼ਿਕਾਰ ਕਰਕੇ ਅਸੀਂ ਆਪਣਾ ਪੇਟ ਭਰਨਾ ਹੈ, ਉਹਨਾਂ ਨੂੰ ਇਹ ਨਾ ਖਾ ਜਾਣ। ਦੂਜਾ ਇਹ, ਉਹ ਕਿਤੇ ਸਾਨੂੰ ਵੀ ਨਾ ਮਾਰ ਦੇਣ, ਇਸ ਲਈ ਆਪਣੀ ਜਾਨ ਬਚਾਉਣ ਲਈ ਉਹਨਾਂ ਨੂੰ ਮਾਰਦੇ ਹਾਂ। ਇਸ ਤਰ੍ਹਾਂ ਆਪਣੇ ਜੀ ਦੀ ਰੱਖਿਆ ਲਈ ਹੀ ਉਹਨਾਂ ਜੀਵਾਂ ਨੂੰ ਅਸੀਂ ਜ਼ੋਰ ਕਰ ਮਾਰਦੇ ਹਾਂ। ਇਸੇ ਤਰ੍ਹਾਂ ਕਈ ਹੋਰ ਛੋਟੇ-ਮੋਟੇ ਜੀਵ ਮਨੁੱਖ ਦੇ ਦੁਸ਼ਮਣ ਹੋ ਸਕਦੇ ਹਨ, ਜਿਨ੍ਹਾਂ ਨੂੰ ਮਾਰਨਾ ਹਰ ਹਾਲਤ ਵਿੱਚ ਜ਼ਰੂਰੀ ਹੋ ਜਾਂਦਾ ਹੈ, ਜਿਹਾ ਕਿ ਸੱਪ, ਅਠੂਹੇ, ਕੰਨ ਖਜੂਰੇ, ਕੁੱਤੇ ਚੂਹੇ, ਮੱਖੀਆਂ, ਮੱਛਰ ਤੇ ਖੇਤੀਆਂ ਨੂੰ ਉਜਾੜ ਕੇ ਮਨੁੱਖ ਨਾਲ ਦੁਸ਼ਮਣੀ ਕਰਨ ਵਾਲੇ ਚਿੜੀਆਂ, ਕਾਂ, ਤੋਤੇ, ਮੱਕੜੀ, ਹਰਨ, ਸਹੇ ਤੇ ਸੂਰ ਆਦਿਕ। ਕਈ ਐਸੇ ਜੀਵ ਹਨ ਜਿਹੜੇ ਸਿਰਫ ਬਿਮਾਰੀਆਂ ਫੈਲਾ ਕੇ ਮਨੁੱਖ ਨੂੰ ਮਾਰਦੇ ਹਨ। ਜੇ ਮਨੁੱਖ ਇਹਨਾਂ ਨੂੰ ਨਾ ਮਾਰੇ ਤਾਂ ਇਸ ਦਾ ਬਚਾਅ ਨਹੀਂ ਹੋ ਸਕਦਾ। ਜੇ ਇਤਨੇ ਜੀਵਾਂ ਨੂੰ ਮਾਰਨ ਦੀ ਖੁੱਲ੍ਹ ਹੋ ਗਈ ਤਾਂ ਸਰਬ ਜੀ ਦਇਆ ਦਾ ਸਿਧਾਂਤ ਕਿੱਥੇ ਰਹਿ ਜਾਵੇਗਾ? ਜੇ ਵੱਡੇ ਦਰਿੰਦਿਆਂ ਤੋਂ ਛੋਟੇ ਜੀਵਾਂ ਦੀ ਰੱਖਿਆ ਕਰਾਣੀ ਹੈ ਤਾਂ ਇਹ ਮਸਲਾ ਤਾਂ ਸ਼ੈਤਾਨ ਦੀ ਆਂਦਰ ਵਾਂਗ ਅੱਗੇ ਹੀ ਅੱਗੇ ਤੁਰਿਆ ਜਾਵੇਗਾ। ਕੁੱਤਾ ਬਿੱਲੀ ਵਾਸਤੇ ਦਰਿੰਦਾ, ਬਿੱਲੀ ਚੂਹਿਆਂ ਤੇ ਕੁੱਕੜਾਂ ਵਾਸਤੇ, ਤੇ ਕੁੱਕੜ ਚਿੱਚੜਾਂ, ਪਿੱਸੂਆਂ, ਮੱਛਰ, ਮੱਖੀਆਂ, ਕੀੜਿਆਂ, ਮਕੌੜਿਆਂ, ਟਿੱਡੀਆਂ ਤੇ ਕਹਿਣਿਆਂ ਵਾਸਤੇ। ਹੁਣ ਅਸੀਂ ਇੱਥੇ ਕਿਹੜੇ ਜਾਨਵਰ ਨੂੰ ਜ਼ਾਲਮ ਤੇ ਕਿਹੜੇ ਨੂੰ ਮਜ਼ਲੂਮ ਸਮਝੀਏ, ਕਿਸ ਨੂੰ ਮਾਰੀਏ ਤੇ ਕਿਸ ਦੀ ਰੱਖਿਆ ਕਰੀਏ? ਇੱਥੇ ਤਾਂ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ, ਪੰਨਾ 955 ਸਭ ਦੇ ਸਾਹਮਣੇ ਹੈ। ਬਿਮਾਰੀਆਂ ਫੈਲਾ ਕੇ ਮਾਰਨ ਵਾਲੇ ਜੀਵਾਂ ਨੂੰ ਮਾਰਨ ਲਈ ਸਰਕਾਰ ਨੇ ਮਹਿਕਮੇ ਖੋਲ੍ਹੇ ਹੋਏ ਹਨ। ਪਹਿਲੀ ਗੱਲ ਮੱਛਰ ਦੀ ਹੀ ਲੈ ਲਵੋ। ਇਸ ਦਾ ਕੰਮ ਹੈ ਬਰਸਾਤ ਦੇ ਬਾਅਦ ਮਲੇਰੀਆ ਫੈਲਾਉਣਾ। ਇਸ ਦੀ ਕਿਰਪਾ ਨਾਲ ਸਾਰੀ ਦੁਨੀਆ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਮਨੁੱਖ ਹਰ ਸਾਲ ਮਰ ਜਾਂਦੇ ਹਨ। ਅੱਸੂ ਕੱਤੇ ਦੇ ਦਿਨਾਂ ਵਿੱਚ ਕਈਆਂ ਘਰਾਂ ਵਿੱਚ ਦੂਜੇ ਨੂੰ ਪਾਣੀ ਦੇਣ ਜੋਗਾ ਵੀ ਕੋਈ ਨਹੀਂ ਰਹਿ ਜਾਂਦਾ ਸੀ। ਪਰ ਜਦੋਂ ਦਾ ਸਾਡੀ ਸਰਕਾਰ ਨੇ DDT ਦਾ ਮਹਿਕਮਾ ਖੋਲ੍ਹਿਆ ਹੈ, ਕੁਨੈਣ ਦੀ ਗੋਲੀ ਦਾ ਕੋਈ ਗਾਹਕ ਹੀ ਨਹੀਂ ਰਹਿ ਗਿਆ। ਹੁਣ ਅਸੀਂ ਪੁੱਛਦੇ ਹਾਂ, ਭਾਈ ਰਣਧੀਰ ਸਿੰਘ ਦੇ ਸਾਜੇ ਨਵਾਜੇ ਰਹਿਣ ਸਬਾਈ ਕੀਰਤਨ ਜਥਿਆਂ ਪਾਸੋਂ, ਕਿ ਜੇ ਕਿਤੇ ਹੋ ਜਾਵੇ ਤੁਹਾਡਾ ਰਾਜ ਤੇ ਸਰਬ ਜੀ ਦਇਆ ਦੇ ਜੋਸ਼ ਵਿੱਚ ਆ ਕੇ ਤੋੜ ਦਿਓਗੇ ਇਹ ਮਹਿਕਮਾ, ਤਾਂ ਫਿਰ ਵੇਖੋ ਮਨੁੱਖਾਂ ਦੀਆਂ ਲੋਥਾਂ ਦੇ ਕਾਫਲੇ ਸ਼ਮਸ਼ਾਨ ਭੂਮੀ ਤੇ ਕਬਰਸਤਾਨਾਂ ਵਿੱਚ ਕਿਤਨੀਆਂ ਰੌਣਕਾਂ ਲਾਉਂਦੇ ਹਨ। ਹੁਣ ਜਰਾ ਚੂਹਿਆਂ ਦੀ ਵਾਰਤਾ ਵੀ ਸੁਣ ਲਓ। ਪਹਿਲਾ ਕੰਮ ਇਹਨਾਂ ਦਾ ਇਹ ਹੈ ਕਿ ਘਰ ਵਿੱਚ ਰਾਤ ਨੂੰ ਲੋਕਾਂ ਨੂੰ ਸੌਣ ਨਹੀਂ ਦਿੰਦੇ। ਬਾਹਰ ਖੇਤਾਂ ਦੇ ਖੇਤ ਕੁਤਰ ਕੇ ਤਬਾਹ ਕਰ ਛੱਡਦੇ ਹਨ। ਪਲੇਗ ਦੀ ਬਿਮਾਰੀ ਚੂਹਿਆਂ ਤੋਂ ਹੀ ਪੈਦਾ ਹੁੰਦੀ ਹੈ। ਯੂਰਪ ਤੋਂ ਚੱਲ ਕੇ ਹਿੰਦੁਸਤਾਨ ਤੱਕ ਇਸ ਨੇ ਤਬਾਹੀ ਮਚਾਈ ਹੈ। ਪੰਜਾਬ ਵਿੱਚ ਇਸ ਨੇ ਜੋ ਕਾਰਾ ਵਰਤਾਇਆ ਅਸੀਂ ਛੋਟੇ ਹੁੰਦੇ ਵੇਖਦੇ ਰਹੇ। ਕਿਸੇ ਸੱਜਣ ਨੇ ਇੰਜ ਆਖਿਆ ਹੈ, ਹਰੀਕਿਆਂ ਦਾ ਪੱਤਣ ਲੰਘ ਕੇ ਮਾਝੇ ਫਿਰ ਗਈ ਸਾਰੇ, ਘਰ ਘਰ ਦੀ ਇਸ ਲਈ ਤਲਾਸ਼ੀ, ਜਿੰਦਰੇ ਮਾਰ ਤੇ ਸਾਰੇ।
ਪਰ ਅੰਗਰੇਜ਼ ਨੇ ਇਸ ਦਾ ਖੁਰਾ ਪਕੜਿਆ ਤੇ ਚੂਹਿਆਂ ਦੀਆਂ ਖੁੱਡਾਂ ਤੱਕ ਅੱਪੜ ਗਿਆ। ਡਾਕਟਰਾਂ ਨੇ ਇਸ ਦੀ ਰੋਕਥਾਮ ਦੇ ਟੀਕੇ ਤਿਆਰ ਕੀਤੇ ਤੇ ਚੂਹਿਆਂ ਦੇ ਮਾਰਨ ਵਾਸਤੇ ਜਥੇ ਤੋਰ ਦਿੱਤੇ। ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਚੂਹੇ ਮਾਰੇ ਗਏ। ਅੰਗਰੇਜ਼ ਦੇ ਜਾਣ ਦੇ ਬਾਅਦ ਸਾਡੀ ਆਪਣੀ ਸਰਕਾਰ ਨੇ ਵੀ ਉਹਨਾਂ ਲੀਹਾਂ ਤੇ ਆਪਣਾ ਪ੍ਰੋਗਰਾਮ ਜਾਰੀ ਰੱਖਿਆ। ਇਸ ਲਈ ਹੁਣ ਕਦੀ ਪਲੇਗ ਦਾ ਨਾਮ ਤੱਕ ਨਹੀਂ ਸੁਣਿਆ। ਬਰਸਾਤ ਦੇ ਦਿਨੀ ਪਾਣੀ ਵਿੱਚ ਹੈਜ਼ੇ ਦੇ ਕਿਰਮ ਪੈਦਾ ਹੋ ਜਾਂਦੇ ਹਨ, ਜਿਨ੍ਹਾਂ ਨੂੰ ਲੋਕ ਕੂਰੇ ਆਖਦੇ ਹਨ ਤੇ ਸ਼ਕਲ ਕੌਮੇ ਵਰਗੀ ਹੁੰਦੀ ਹੈ। ਉਸ ਪਾਣੀ ਦੇ ਪੀਣ ਨਾਲ 2 ਦਸਤ ਏਕ ਕੈ ਬੋਲ ਗੰਗਾ ਮਈਆ ਦੀ ਜੈ ਹੋ ਜਾਂਦੀ ਹੈ। ਉਹਨਾਂ ਕਿਰਮਾਂ ਨੂੰ ਮਾਰਨ ਵਾਸਤੇ ਖੂਹਾਂ ਤੇ ਤਲਾਵਾਂ ਵਿੱਚ ਲਾਲ ਦਵਾਈ ਪਾਈ ਜਾਂਦੀ ਹੈ। ਪਰ ਇਹੋ ਜਿਹੇ ਵੇਲੇ ਜੇ ਕਿਤੇ ਭਾਈ ਸਾਹਿਬ ਦੇ ਜਥੇ ਦੇ ਕਿਸੇ ਮੈਂਬਰ ਨੂੰ ਹੈਲਥ ਅਫੀਸਰ ਬਣਾ ਦਿੱਤਾ ਜਾਵੇ ਤਾਂ ਫਿਰ ਵੇਖੋ ਕਿਸ ਤਰ੍ਹਾਂ ਭਾਣਾ ਵਾਪਰਦਾ ਹੈ। ਟਿੱਡੀ ਦਲ ਜਦ ਸਾਡੇ ਦੇਸ਼ ਤੇ ਹਮਲਾ ਕਰਦਾ ਹੈ ਤਾਂ ਸਾਡੀ ਸਰਕਾਰ ਫੌਜਾਂ ਹੀ ਚਾੜ ਦਿੰਦੀ ਹੈ ਤੇ ਉਹ ਹਵਾਈ ਜਹਾਜ਼ਾਂ ਤੇ ਅਸਵਾਰ ਹੋ ਕੇ ਐਉਂ ਮੁਕਾਬਲਾ ਕਰਦੀਆਂ ਹਨ ਜਿਵੇਂ ਪਿਛਲੇ ਦਿਨਾਂ ਵਿੱਚ ਪਾਕਿਸਤਾਨ ਦਾ ਕੀਤਾ ਸੀ। ਜ਼ਹਿਰੀਲੀ ਦਵਾਈ ਨਾਲ ਇਸ ਤਰ੍ਹਾਂ ਫੱਕਾ ਮਾਰਿਆ ਜਾਂਦਾ ਹੈ ਕਿ ਕਰੋੜਾਂ ਦੀ ਗਿਣਤੀ ਵਿੱਚ ਟਿੱਡੀ ਦਲ ਦੇ ਢੇਰ ਲੱਗ ਜਾਂਦੇ ਹਨ। ਜੇ ਇਹ ਇੰਤਜ਼ਾਮ ਨਾ ਹੋਵੇ ਤਾਂ ਉਹ ਖੇਤੀਆਂ ਤਾਂ ਕਿਤੇ ਰਹੀਆਂ, ਰੁੱਖ ਵੀ ਚੱਟ ਜਾਵੇ। ਹੁਣ ਨਾਰੰਗਵਾਲ ਪੰਥੀ ਸਿੰਘ ਸੋਚ ਕੇ ਦੱਸਣ ਕਿ ਇਹ ਟਿੱਡੀ ਦਲ ਜੀਵਾਂ ਦਾ ਹੈ ਕਿ ਨਹੀਂ। ਪਰ ਇਹ ਤਾਂ ਵਿਚਾਰੇ ਇਹੋ ਕੁਝ ਹੀ ਕਹਿ ਸਕਦੇ ਹਨ ਕਿ ਕੁਕੜੀ ਦਾ ਚੂਚਾ ਤੇ ਬੱਕਰੀ ਦਾ ਮੇਮਣਾ ਹੀ ਜੀਵ ਹੁੰਦੇ ਹਨ। ਇਹਨਾਂ ਦੀ ਲੁਗਾਤ ਇਹੋ ਦੱਸਦੀ ਹੈ। ਇਸ ਵੇਲੇ ਅੱਧੀ ਤੋਂ ਵੱਧ ਦੁਨੀਆ ਮਾਸ ਖਾ ਕੇ ਜਿਉਂਦੀ ਹੈ। ਜਿਤਨੀ ਖੁਰਾਕ ਧਰਤੀ ਪੈਦਾ ਕਰਦੀ ਹੈ ਉਸ ਤੋਂ ਵੱਧ ਸਮੁੰਦਰ ਪੈਦਾ ਕਰਦਾ ਹੈ ਤੇ ਉਹ ਸਿਰਫ ਮੱਛ-ਕਛ ਆਦਿਕ ਹੀ ਹਨ। ਜੇਕਰ ਮਾਸ ਖਾਣਾ ਪਾਪ ਸਮਝ ਕੇ ਮਾਸ ਖਾਣ ਵਾਲੇ ਲੋਕ ਮਾਸ ਛੱਡ ਦੇਣ ਤਾਂ ਉਹਨਾਂ ਨੂੰ ਵੀ ਅੰਨ ਦੀ ਲੋੜ ਪਵੇਗੀ। ਅੱਜ ਕੱਲ੍ਹ ਜਿਹੜੀ ਅੰਨ ਦੀ ਹਾਲਤ ਦੁਨੀਆ ਅਤੇ ਖਾਸ ਕਰਕੇ ਭਾਰਤ ਵਿੱਚ ਹੈ, ਇਸ ਦਾ ਅੰਦਾਜ਼ਾ ਲਗਾਵੋ। ਅੰਨ ਪੂਰਾ ਨਾ ਮਿਲਣ ਦੇ ਕਾਰਨ ਇਤਨੀ ਦੁਨੀਆ ਦਾ ਸੁਸਰੀ ਵਾਂਗ ਇੱਕਦਮ ਸੌਂ ਜਾਣਾ ਜ਼ਰੂਰੀ ਹੈ। ਦੂਜਾ, ਜਿਹੜੇ ਧਰਤੀ ਦੇ ਜਾਨਵਰ ਸ਼ਿਕਾਰ ਦੇ ਢੰਗ ਨਾਲ ਮਾਰ ਕੇ ਖਾਧੇ ਜਾਂਦੇ ਹਨ, ਉਹ ਇਤਨੇ ਵੱਧ ਜਾਣ ਕਿ ਖੇਤੀਬਾੜੀ ਦੇ ਜ਼ਰੀਏ ਮਨੁੱਖ ਲਈ ਪੈਦਾ ਹੋਣ ਵਾਲੀ ਖੁਰਾਕ ਸਾਰੀ ਖਾ ਜਾਣ ਤੇ ਸਾਰੀ ਮਨੁੱਖ ਜਾਤੀ ਸਣੇ ਭਾਈ ਰਣਧੀਰ ਸਿੰਘ ਦੇ ਕੀਰਤਨੀ ਜਥਿਆਂ ਦੇ ਜੋਤੀ ਜੋਤ ਸਮਾ ਜਾਵੇ। ਜੰਗਲੀ ਜਾਨਵਰਾਂ ਦੀ ਗੱਲ ਤੁਸੀਂ ਛੱਡ ਹੀ ਦਿਓ ਤੇ ਨਜ਼ਰ ਮਾਰੋ ਆਪਣੇ ਪਿੰਡਾਂ ਵੱਲ। ਪਿੰਡਾਂ ਵਿੱਚ ਕੁਝ ਕੁ ਬੱਕਰੀਆਂ ਦੇ ਇੱਜੜ ਹੁੰਦੇ ਹਨ। ਬੱਕਰੀਆਂ ਦਾ ਲੋਕ ਦੁੱਧ ਪੀਂਦੇ ਹਨ ਅਤੇ ਪਠੋਰਿਆਂ ਨੂੰ ਮਾਰ ਕੇ ਖਾ ਜਾਂਦੇ ਹਨ। ਜੇ ਸਾਰੇ ਪਿੰਡ ਵਿੱਚ ਪੈਦਾ ਹੋਣ ਵਾਲੇ ਪਠੋਰਿਆਂ ਨੂੰ ਸਰਬ ਜੀ ਦਇਆ ਦੇ ਅਸੂਲ ਨੂੰ ਇੱਥੇ ਘਟਾ ਕੇ ਮਾਰਿਆ ਨਾ ਜਾਵੇ ਤਾਂ ਉਹ ਵੀ ਇਤਨੇ ਵੱਧ ਜਾਣ ਉਹ ਕਿਸੇ ਪਿੰਡ ਦੀ ਖੇਤੀ ਦਾ ਇੱਕ ਪੱਠਾ ਵੀ ਨਾ ਛੱਡਣ ਤੇ ਭੁੱਖੇ ਮਰਦੇ ਲੋਕ ਇਹੋ ਜਿਹੀ ਦਇਆ ਦੇ ਮੁਦਈਆਂ ਦਾ ਪਿੜ ਬਣ ਕੇ ਸਿਆਪਾ ਕਰਨ। ਪਿੰਡਾਂ ਤੇ ਸ਼ਹਿਰਾਂ ਵਿੱਚ ਸਰਕਾਰ ਦੇ ਬੰਦੇ ਅਵਾਰਾ ਕੁੱਤਿਆਂ ਨੂੰ ਮਾਰਦੇ ਫਿਰਦੇ ਹਨ, ਕਿਉਂਕਿ ਉਹ ਲੋਕਾਂ ਦੇ ਬੱਚਿਆਂ ਨੂੰ ਪਾੜ-ਪਾੜ ਖਾਂਦੇ ਤੇ ਬਿਮਾਰੀਆਂ ਫੈਲਾਉਂਦੇ ਹਨ। ਭੌਂਕਦੇ ਇਤਨੇ ਹਨ ਕਿ ਰਾਤ ਨੂੰ ਸੌਣ ਤੱਕ ਨਹੀਂ ਦਿੰਦੇ। ਜੇ ਕਿਤੇ ਕੋਈ ਕੁੱਤਾ ਹਲਕਾ ਹੋ ਜਾਵੇ ਤਾਂ ਉਹ ਇੱਕੋ ਹੀ, ਜੇ ਉਸ ਨੂੰ ਸਰਬ ਜੀ ਦਇਆ ਦੇ ਅਸੂਲ ਉੱਤੇ ਚੱਲ ਕੇ ਮਾਰਿਆ ਨਾ ਜਾਵੇ, ਜੰਗਲ ਦੀ ਅੱਗ ਸਾਬਤ ਹੋ ਸਕਦਾ ਹੈ। ਕਿਉਂਕਿ ਇਹਨਾਂ ਹਲਕੇ ਕੁੱਤਿਆਂ ਦੀ ਕਿਰਪਾ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖ ਅਤੇ ਪਸ਼ੂ ਹਲਕੇ ਹੋ ਕੇ ਮਰ ਜਾਂਦੇ ਹਨ। ਹੁਣ ਕੋਈ ਸੱਜਣ ਵਿਚਾਰ ਕੇ ਦੱਸੇ ਕਿ ਐਸਾ ਕਰਨਾ ਪਾਪ ਸਮਝਿਆ ਜਾਏ ਕਿ ਪੁੰਨ, ਦਇਆ ਜਾਂ ਕੁਦਇਆ ਕਸਾਇਣ। ਮੈਂ ਫਿਰ ਇਸ ਗੱਲ ਦਾ ਦਾਅਵਾ ਕਰਦਾ ਹਾਂ ਕਿ ਚੌਹਾਂ ਖਾਣੀਆਂ ਦੇ ਜੀਵਾਂ ਵਿੱਚੋਂ ਕੋਈ ਜੀਵ ਵੀ ਇੱਕ ਦੂਜੀ ਦੀ ਹੱਤਿਆ ਕੀਤੇ ਬਿਨਾਂ ਜਿਉ ਹੀ ਨਹੀਂ ਸਕਦਾ। ਭਾਵੇਂ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਅਤੇ ਪਹਿਲਾ ਪਾਣੀ ਜਿਉ ਹੈ, ਜੇਤ ਹਰਿਆ ਸਭ ਕੋਏ। ਪੰਨਾ 472 ਵਾਲੀਆਂ ਪੰਕਤੀਆਂ ਇਸ ਗੱਲ ਨੂੰ ਸਪਸ਼ਟ ਕਰ ਦਿੰਦੀਆਂ ਹਨ। ਪਰ ਭਾਈ ਰਣਧੀਰ ਸਿੰਘ ਨੇ ਇਸ ਦੇ ਸਬੰਧ ਵਿੱਚ ਕਾਫੀ ਰੋਲ ਘਚੋਲਾ ਮਾਰ ਕੇ ਨਿਰਦੋਸ਼ ਬਣਨ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਪੁੱਛਦਾ ਹਾਂ ਕਿ ਜਦ ਤੁਹਾਡੀ ਭੁੰਚਣਯੋਗ ਖੁਰਾਕ ਕਣਕ ਛੋਲੇ ਆਦਿਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਸੁਸਰੀ, ਢੋਰਾ, ਖੱਪਰਾ ਤੇ ਸਿਉਂਕ ਲੱਗ ਜਾਂਦੀ ਹੈ ਤਾਂ ਤੁਸੀਂ ਅੱਧ ਭਾਦਰੋਂ ਦੀ ਕੜਕਦੀ ਧੁੱਪ ਵਿੱਚ ਦਾਣੇ ਸੁੱਕਣੇ ਪਾ ਦਿੰਦੇ ਹੋ। ਉਸ ਵੇਲੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਲੱਖਾਂ ਦੀ ਗਿਣਤੀ ਵਿੱਚ ਉਪਰੋਕਤ ਜੀਵ ਤੜਫ ਤੜਫ ਕੇ ਮਰ ਜਾਂਦੇ ਹਨ। ਇਹ ਕੋਈ ਹਵਾਈ ਜੀਵਾਂ ਵਾਂਗ ਅਦ੍ਰਿਸ਼ ਜੀਵ ਨਹੀਂ ਹਨ। ਇਹਨਾਂ ਨੂੰ ਤਾਂ ਤੁਸੀਂ ਆਪਣੇ ਯਤਨ ਨਾਲ ਹੀ ਧੁੱਪੇ ਸੁੱਟ ਕੇ ਸਾੜਦੇ ਹੋ। ਇੱਕ ਮਰੋੜੀ ਹੋਈ ਕੁਕੜੀ ਤੇ ਤਰਸ ਖਾ ਕੇ
ਮੋਮ ਵਾਂਗ ਪਿਘਲ ਜਾਣ ਵਾਲੇ ਦਇਆਵਾਨ ਭਰਾਵੋ, ਇਨ੍ਹਾਂ ਲੱਖਾਂ ਤੇ ਕਰੋੜਾਂ ਜੀਵਾਂ ਨੂੰ ਤੜਫ ਕੇ ਮਰਦਿਆਂ ਵੇਖ ਕੇ ਤੁਹਾਨੂੰ ਕਦੇ ਦਇਆ ਆਈ ਹੈ? ਆਵੇ ਵੀ ਕਿਉਂ? ਜੇ ਐਸਾ ਨਾ ਕੀਤਾ ਜਾਵੇ ਤਾਂ ਉਹ ਸਾਰਾ ਗੱਲਾ ਮਿੱਟੀ ਦਾ ਢੇਰ ਬਣ ਜਾਵੇ ਤੇ ਦਇਆਵਾਨ ਭਰਾ ਸਿੱਧੇ ਬਹੀਤੀ ਪਹੁੰਚ ਜਾਣ। ਮੈਂ ਕਹਿੰਦਾ ਹਾਂ, ਜੇ ਇੱਕ ਅੱਧ ਸੇਰ ਦਾਣੇ ਖਾਣ ਵਾਲੇ ਆਦਮੀ ਨੂੰ ਹਜ਼ਾਰਾਂ ਜੀ ਮਾਰ ਕੇ ਖਾ ਜਾਣ ਦਾ ਪਾਪ ਨਹੀਂ ਲੱਗ ਸਕਦਾ, ਤਾਂ ਅੱਧ ਸੇਰ ਦਾ ਇੱਕ ਚੂਚਾ, ਜਿਸ ਨਾਲ ਸਿਰਫ ਇੱਕ ਜੀਵ ਦੀ ਹੱਤਿਆ ਦੇ ਹੀ ਭਾਗੀ ਬਣਨਾ ਪੈਂਦਾ ਹੈ, ਖਾ ਲੈਣ ਨਾਲ ਕਿਹੜਾ ਪਹਾੜ ਡਿੱਗ ਪਵੇਗਾ? ਜੇ ਉਸ ਨੂੰ ਮਾਰ ਕੇ ਨਾ ਖਾਓਗੇ ਤਾਂ ਫਿਰ ਉਹ ਸੈਸ਼ਨ ਜੱਜ ਤਾਂ ਨਹੀਂ ਬਣ ਚੱਲਿਆ। ਜੀਵ ਹੱਤਿਆ ਤੋਂ ਬਚਣ ਦਾ ਤਾਂ ਇੱਕੋ ਤਰੀਕਾ ਹੈ ਕਿ ਕਿਸੇ ਇਹੋ ਜਿਹੀ ਖੁਰਾਕ ਦੀ ਭਾਲ ਕੀਤੀ ਜਾਵੇ ਜਿਸ ਵਿੱਚ ਜੀਵ ਅੰਸ਼ ਉੱਕੀ ਹੀ ਨਾ ਹੋਵੇ। ਮੇਰੇ ਖਿਆਲ ਵਿੱਚ ਉਹ ਹੈ ਲੂਣ, ਪੱਥਰ ਦਾ ਕੋਇਲਾ, ਅਰੋੜਾਂ ਪੱਥਰਾਂ ਦਾ ਚੂਨਾ ਤੇ ਚੁੱਲ੍ਹੇ ਦੀ ਸਵਾ। ਸੋ ਜੀਵ ਹੱਤਿਆ ਦੇ ਦੋਸ਼ ਤੋਂ ਬਚਣ ਦੀ ਇੱਛਾ ਰੱਖਣ ਵਾਲੇ ਭਰਾਵਾਂ ਦੇ ਪਾਸ ਅਸੀਂ ਇਹ ਪਰਜੋਰ ਸਿਫਾਰਿਸ਼ ਕਰਦੇ ਹਾਂ ਕਿ ਉਹ ਇਹਨਾਂ ਨਿਰਜੀਵ ਪਦਾਰਥਾਂ ਨੂੰ ਭੁੰਚ ਲਿਆ ਕਰਨ, ਤਾਂ ਕਿ ਕਿਸੇ ਵੇਲੇ ਲੇਖੇ ਪੱਤੇ ਵਿੱਚ ਨਾ ਫਸ ਜਾਣ। ਮੈਂ ਤਾਂ ਇਹ ਸਮਝਦਾ ਹਾਂ, ਜਿੱਥੇ ਮਨੁੱਖ ਅਤੇ 84 ਦੀ ਹਸਤੀ ਦਾ ਸਵਾਲ ਸਾਹਮਣੇ ਆ ਜਾਵੇ, ਉੱਥੇ ਮਨੁੱਖ ਨੂੰ ਹੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਗੁਰੂਆਂ ਦੀ ਜੀ ਦਇਆ ਦਾ ਇਹੋ ਸਿਧਾਂਤ ਸੀ। ਫਰਜ਼ ਕਰੋ ਕਿ ਇੱਕ ਪਾਸੇ ਤਾਂ ਇੱਕ ਬਿੱਲੀ ਕੁਕੜੀ ਦਾ ਬੱਚਾ ਲੈ ਕੇ ਭੱਜੀ ਜਾ ਰਹੀ ਹੈ ਤੇ ਦੂਜੇ ਪਾਸੇ 1000 ਰੁਪਏ ਦੀ ਮੱਝ ਫਾਹੇ ਆਈ ਹੋਵੇ, ਤਾਂ ਉਸ ਵੇਲੇ ਮੱਝ ਨੂੰ ਬਚਾਉਣਾ ਲਾਜ਼ਮੀ ਹੈ। ਜੇ ਚਵਾਨੀ ਦਾ ਚੂਚਾ ਬਿੱਲੀ ਲੈ ਗਈ ਹੈ ਤਾਂ ਲੈ ਜਾਣ ਦਿਓ। ਇਸੇ ਤਰ੍ਹਾਂ ਇੱਕ ਮਨੁੱਖ ਦੀ ਜ਼ਿੰਦਗੀ ਬਚਾਉਣ ਵਾਸਤੇ ਲੱਖਾਂ ਚੂਹੇ, ਕਰੋੜਾਂ ਮੱਖੀਆਂ ਤੇ ਅਰਬਾਂ ਖਰਬਾਂ ਦੀ ਗਿਣਤੀ ਵਿੱਚ ਮੱਛਰ ਮਾਰ ਦੇਣੇ ਕੋਈ ਪਾਪ ਨਹੀਂ। ਇਸੇ ਤਰ੍ਹਾਂ 2-4 ਚੂਚਿਆਂ ਦੀ ਹੱਤਿਆ ਨਾਲ ਕੋਈ ਬਹੁਤਾ ਭਾਰ ਨਹੀਂ ਚੁੱਕਣਾ ਪੈਂਦਾ। ਇਹ ਮਸਲਾ ਹੁਣ ਇਹਨਾਂ ਦਇਆਵਾਨ ਭਰਾਵਾਂ ਨੂੰ ਲੱਕੋਂ ਫਾਹੇ ਦਿੰਦਾ ਹੈ। ਦੋਹੀਂ ਹੱਥੀਂ ਹਿੰਦਵਾਣਾ ਤਾਂ ਰੱਖਿਆ ਨਹੀਂ ਜਾ ਸਕਦਾ। ਇੱਕ ਪਾਸੇ ਦੀ ਜੀਵ ਹੱਤਿਆ ਤਾਂ ਹਰ ਹਾਲਤ ਪ੍ਰਵਾਨ ਕਰਨੀ ਹੀ ਹੋਵੇਗੀ, ਭਾਵੇਂ ਮਨੁੱਖਾਂ ਦੀ ਹੱਤਿਆ ਕਰਨੀ ਪ੍ਰਵਾਨ ਕਰੋ ਤੇ ਭਾਵੇਂ ਉਕਤ ਜੀਵਾਂ ਦੀ। ਅਸੀਂ ਤਾਂ ਜੀ ਦਇਆ ਦੇ ਅਰਥ ਮਨੁੱਖਾਂ ਉੱਤੇ ਹੀ ਘਟਦੇ ਖਿਆਲ ਕਰਦੇ ਹਾਂ। ਮਨੁੱਖਾਂ ਨੂੰ ਛੱਡ ਕੇ ਇਸ ਜੀ ਦਇਆ ਦੇ ਸਿਧਾਂਤ ਨੂੰ ਖਿੱਚ ਕੇ ਅੱਗੇ ਲੈ ਜਾਣਾ ਇਸੇ ਤਰ੍ਹਾਂ ਬੇਸਮਝੀ ਹੈ, ਜਿਸ ਤਰ੍ਹਾਂ ਕੋਈ ਭਰਾ ਕਿਸੇ ਨੂੰ ਚਿੱਠੀ ਲਿਖੇ ਕਿ ਆਪਣੇ ਘਰ ਦੇ ਸਾਰਿਆਂ ਜੀਆਂ ਦੀ ਸੁੱਖ ਸਾਂਦ ਦਾ ਪਤਾ ਦਿਓ, ਤੇ ਅੱਗੋਂ ਭਾਈ ਰਣਧੀਰ ਸਿੰਘ ਜੀ ਵਰਗਾ ਗਿਆਨੀ ਸਿੰਘ ਇਹ ਸਮਝ ਲਵੇ ਕਿ ਇਸ ਦਾ ਮਤਲਬ ਘਰ ਦੇ ਚੂਹੇ, ਬਿੱਲੀਆਂ, ਕੁੱਤੇ, ਕੀੜੇ ਮਕੌੜੇ, ਟਿੱਡੀਆਂ, ਕਹਿਣੇ ਤੇ ਮੱਖੀਆਂ, ਮੱਛਰ ਵੀ ਹੋ ਸਕਦਾ ਹੈ। ਕਿੱਡੀ ਹਾਸੋਹੀਣੀ ਗੱਲ ਹੈ। ਹੋਰ ਕਈ ਬਿਮਾਰੀਆਂ ਐਸੀਆਂ ਵੀ ਹਨ ਜਿਨ੍ਹਾਂ ਦਾ ਇਲਾਜ ਜਾਨਵਰਾਂ ਦੇ ਹੱਡ, ਚੰਮ, ਮਾਸ, ਖੂਨ, ਜਿਗਰ, ਪਿੱਤਾ, ਕਲੰਜੀ ਅਤੇ ਹੋਰ ਕਈ ਅੰਗਾਂ ਨਾਲ ਹੋ ਸਕਦਾ ਹੈ। ਜੇ ਇਹ ਇਲਾਜ ਛੱਡ ਦਿੱਤਾ ਜਾਵੇ ਤਾਂ ਲੱਖਾਂ ਇਨਸਾਨ ਉਹਨਾਂ ਬਿਮਾਰੀਆਂ ਨਾਲ ਮਰ ਸਕਦੇ ਹਨ। ਇਹ ਇੱਕ ਥੋੜਾ ਜਿਹਾ ਨਮੂਨਾ ਪੇਸ਼ ਕੀਤਾ ਹੈ। ਜੇਕਰ ਇਸ ਦਾ ਵਿਸਤਾਰ ਕੀਤਾ ਜਾਵੇ ਤਾਂ ਵੱਡੀ ਸਾਰੀ ਕਿਤਾਬ ਬਣ ਸਕਦੀ ਹੈ। ਜੇਕਰ ਜੀ ਦਇਆ ਦੇ ਦਾਅਵੇਦਾਰ ਇਸ ਇਲਾਜ ਨੂੰ ਬੰਦ ਕਰ ਦੇਣ ਤਾਂ ਉਹ ਲੱਖਾਂ ਮਨੁੱਖਾਂ ਦੇ ਕਾਤਲ ਸਾਬਤ ਹੋਣਗੇ। ਅਕਾਲੀ ਕੌਰ ਸਿੰਘ ਵਰਗੇ ਗੁਰਮੁਖ ਅਰ ਪੰਥ ਸੇਵਾ ਵਿੱਚ ਜੀਵਨ ਬਤੀਤ ਕਰਨ ਵਾਲੇ ਸਿੱਖ ਨੂੰ ਖੂਨੀ ਆਖ ਕੇ ਨਿਰਾਦਰ ਕਰਨ ਵਾਲੇ ਭਾਈ ਰਣਧੀਰ ਸਿੰਘ ਦੇ ਪੈਰੋਕਾਰ ਇਸ ਦਾ ਕੀ ਉੱਤਰ ਦੇਣਗੇ? ਇਸ ਤੋਂ ਸਾਬਤ ਹੁੰਦਾ ਹੈ ਕਿ ਮਾਸ ਖਾਣਾ ਪਾਪ ਨਹੀਂ, ਸਗੋਂ ਨਾ ਖਾਣਾ ਪਾਪ ਹੈ। ਕਿਤਾਬ ਝਟਕਾ ਪ੍ਰਕਾਸ਼, ਲੇਖਕ ਗਿਆਨੀ ਨਰਿੰਜਨ ਸਿੰਘ ਸਰਲ, ਭਾਗ ਚੌਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।